ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਪ੍ਰੀਤ ਸੋਤਾ ਅੱਜ ਤੁਹਾਡੇ ਦਰਮਿਆਨ ਉਸ ਇੱਕ ਨਿਵੇਕਲੀ ਸ਼ਖਸੀਅਤ, ਇੱਕ ਸਾਹਿਤਕਾਰ, ਇੱਕ ਗੀਤਕਾਰ ਕਹਿ ਲਓ, ਇੱਕ ਰਾਈਟਰ ਕਹਿ ਲਓ, ਲੇਖਕ ਕਹਿ ਲਓ, ਉਸ ਸ਼ਖਸੀਅਤ ਨਾਲ ਮਿਲਾਉਣਾ ਆ ਜਿਸ ਦੀ ਲੇਖਣੀ ਨੇ ਅੱਜ ਤੱਕ ਆਪਣਾ ਇੰਨਾ ਪ੍ਰਭਾਵ ਛੱਡਿਆ ਕਿ ਹਰ ਇੱਕ ਸਰੋਤੇ ਨੇ, ਹਰ ਇੱਕ ਪਾਠਕ ਨੇ ਉਸ ਦੀ ਲੇਖਣੀ ਨੂੰ ਸਲਾਮ ਕੀਤਾ ਆ, ਸਜਦਾ ਕੀਤਾ ਆ। ਅਤੇ ਉਸ ਨੂੰ ਅਨੇਕਾਂ ਫੋਨ ਕਾਲਸ ਵੀ ਆਪਣੇ ਪਾਠਕਾਂ ਦੀਆਂ ਆਈਆਂ ਕਿ ਜਿਹੜਾ ਤੁਸੀਂ ਲਿਖਦੇ ਆ ਉਹਨੂੰ ਇੱਕ ਕਵਿਤਾ ਦੇ ਵਿੱਚ ਪਰੋ ਕੇ ਸਾਡੇ ਸਰੋਤਿਆਂ ਦੇ ਵਿੱਚ ਪੇਸ਼ ਕੀਤਾ ਜਾਵੇ। ਅਤੇ ਉਸ ਸ਼ਖਸੀਅਤ ਨੂੰ ਅੱਜ ਮਿਲ ਕੇ ਬੜੀ ਖੁਸ਼ੀ ਹੋਈ। ਪਹਿਲੀ ਦਫਾ ਦਾਸ ਵੀ ਮਿਲਿਆ, ਬਹੁਤ ਅੱਛੀ ਸ਼ਖਸੀਅਤ ਆ। ਅਤੇ ਜਿਨ੍ਹਾਂ ਨੇ ਅੱਜ ਕਿਤਾਬ ਆਪਣੀ ਰਿਲੀਜ਼ ਕੀਤੀ ਆ, ਉਸ ਮਹਾਨ ਸ਼ਖਸੀਅਤ ਦੇ ਨਾਲ ਜਿਸ ਸ਼ਖਸੀਅਤ ਨੇ ਇਸ ਦਾਸ ਨੂੰ ਵੀ ਤੁਹਾਡੇ ਸਾਹਮਣੇ ਹਮੇਸ਼ਾ ਹੀ ਪੇਸ਼ ਕੀਤਾ ਆ। ਅਤੇ ਮੈਨੂੰ ਬੋਲਣਾ, ਮੈਨੂੰ ਲਿਖਣਾ ਅਤੇ ਮੈਨੂੰ ਜਰਨਲਿਜ਼ਮ ਪੱਤਰਕਾਰੀ ਦੇ ਵਿੱਚ ਲੈ ਕੇ ਜਿਹੜੀ ਸ਼ਖਸੀਅਤ ਆਈ ਆ ਉਹ ਤੁਸੀਂ ਭਲੀ ਭਾਂਤੀ ਜਾਣਦੇ ਆ। ਸੱਚੀ ਗੱਲ ਅਖਬਾਰ ਦੇ ਮੁੱਖ ਸੰਪਾਦਕ ਸ਼੍ਰੀ ਸੰਜੀਵ ਮੋਹਨ ਡਾਵਰ ਜੀ, ਉਹਨਾਂ ਦੇ ਹੀ ਪਾਏ ਪੂਰਨਿਆਂ 'ਤੇ ਉਸ ਸ਼ਖਸੀਅਤ ਨੇ ਜਿਹੜੀ ਅੱਜ ਕਿਤਾਬ ਜਿਹੜੀ ਆ ਰਿਲੀਜ਼ ਕੀਤੀ ਆ। ਅਤੇ ਅਸੀਂ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ। ਅਤੇ ਮੈਂ ਆਪਣੇ ਵੀਰ ਨੂੰ ਵੀਡੀਓ ਰਾਹੀਂ ਬੇਨਤੀ ਕਰਦਾ ਕਿ ਉਸ ਸ਼ਖਸੀਅਤ ਦੇ ਦਰਸ਼ਨ ਜ਼ਰੂਰ ਕਰਵਾਏ ਜਾਣ ਵੀਡੀਓ ਦੇ ਵਿੱਚ, ਕਿ ਜਿਨ੍ਹਾਂ ਨੇ ਇਸ ਕਿਤਾਬ ਨੂੰ ਅੱਜ ਸ਼੍ਰੀ ਸੰਜੀਵ ਮੋਹਨ ਡਾਵਰ ਜੀ ਦੇ ਆਫਿਸ ਵਿੱਚ ਆ ਕੇ ਰਿਲੀਜ਼ ਕੀਤਾ। ਮੇਰੀ ਮੁਰਾਦ ਆ ਜੀ ਉਸ ਰਾਈਟਰ ਨੂੰ, ਉਸ ਲੇਖਕ ਨੂੰ, ਸਾਹਿਤਕਾਰ ਨੂੰ, ਰਾਜ ਕੁਮਾਰ ਘਾਸੀਪੁਰੀਆ ਭਾਜੀ, ਉਹਨਾਂ ਨਾਲ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਅਤੇ ਡਾਵਰ ਸਾਹਿਬ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਅਤੇ ਸਭ ਤੋਂ ਪਹਿਲਾਂ ਅਸੀਂ ਰਾਜ ਕੁਮਾਰ ਭਾਜੀ ਨਾਲ ਗੱਲਬਾਤ ਕਰਾਂਗੇ ਕਿ ਭਾਜੀ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਤੁਸੀਂ ਜਿਹੜੀ ਅੱਜ ਕਿਤਾਬ ਰਿਲੀਜ਼ ਕੀਤੀ ਹੈ ਇਹਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਆ। ਅਤੇ ਮੈਂ ਸਭ ਤੋਂ ਪਹਿਲਾਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਤੁਹਾਨੂੰ ਜਿਹੜਾ ਕਿਤਾਬ ਲਿਖਣ ਦੀ ਇੱਕ ਚੇਟਕ ਕਿੱਥੋਂ ਲੱਗੀ ਅਤੇ ਕਿਵੇਂ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਆਇਆ? ਸਰ ਇੱਦਾਂ ਹੈਗਾ ਵੀ ਭਰ ਜਵਾਨੀ ਤੋਂ ਬੰਦੇ ਨੂੰ ਪਤਾ ਨਹੀਂ ਹੁੰਦਾ ਕਿੱਧਰ ਨੂੰ ਜਾਣਾ, ਕੀ ਲਿਖਣਾ ਹੈਗਾ, ਕੀ ਕਰਨਾ ਹੈਗਾ। ਅਸਲ ਵਿੱਚ ਕਾਲਜ ਟਾਈਮ ਤੋਂ ਹੀ ਮੇਰੇ ਵਿੱਚ ਇਹ ਲਿਖਣ ਦਾ ਸ਼ੌਂਕ ਮਤਲਬ ਪੈਦਾ ਹੋਇਆ। ਅਤੇ ਇਹਦੇ ਵਿੱਚ ਮੇਰੀ ਜਿਹੜੀ ਜੀਵਨ ਸਾਥਣ ਆ ਅਨੀਤਾ ਮੈਡਮ, ਅਤੇ ਉਹ ਬਾਅਦ ਵਿੱਚ ਮੇਰੇ ਪਤਨੀ ਬਣੇ ਨੇ। ਉਹਨਾਂ ਦੇ ਮਤਲਬ ਉਹ ਕੱਚੀ ਉਮਰ 'ਚ ਉਹਨਾਂ ਨੂੰ ਮਤਲਬ ਦੇਖ ਕੇ ਮੇਰੇ ਅੰਦਰ ਉਹ ਵਲਵਲੇ ਉੱਠੇ ਸੀਗੇ। ਅਤੇ ਉਹ ਮੈਂ ਮਤਲਬ ਰਚਨਾ ਇੱਕ ਦਿਲ ਸੰਬੰਧੀ ਕਾਲਜ ਦੇ ਮੈਗਜ਼ੀਨ 'ਚ ਦਿੱਤੀ ਸੀਗੀ। ਅਤੇ ਉਹ ਫਿਰ ਸਾਡੇ ਪ੍ਰੋਫੈਸਰ ਸਾਹਿਬ ਡਾਕਟਰ ਹਰਚੰਦ ਜੀ ਨੇ ਉਹ ਰਚਨਾ ਮੈਗਜ਼ੀਨ 'ਚ ਛਪਾਉਣ ਤੋਂ ਬਾਅਦ ਮੈਨੂੰ ਪਤਾ ਨਹੀਂ ਕਿਉਂ ਉਹਨਾਂ ਨੇ ਬੁਲਾ ਕੇ ਕਿਹਾ ਵੀ ਰਾਜਕੁਮਾਰ ਮੈਂ ਤੈਨੂੰ ਸਾਹਿਤ ਸਭਾ ਹੁਸ਼ਿਆਰਪੁਰ ਦਾ ਮੈਂਬਰ ਬਣਾਉਣਾ ਹੈਗਾ। ਅਤੇ ਉਹ ਫਿਰ ਉਹਨਾਂ ਨੇ ਮੈਨੂੰ ਸਾਹਿਤ ਸਭਾ ਦਾ ਮੈਂਬਰ ਬਣਾਇਆ ਸੀ। 7-8 ਸਾਲ ਉਹਨਾਂ ਜੁੜੇ ਰਹੇ ਅਤੇ ਉੱਥੋਂ ਫਿਰ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਅਤੇ ਅੱਗੇ ਤੋਂ ਅੱਗੇ ਫਿਰ ਮੇਰਾ ਸਫ਼ਰ ਚੱਲਦਾ ਰਿਹਾ। ਅਤੇ ਉਸ ਤੋਂ ਬਾਅਦ ਫਿਰ ਮੈਂ ਜੋਬ 'ਚ ਆ ਗਿਆ ਅਤੇ ਕੁਛ ਚਿਰ ਫਿਰ ਮੈਂ ਸਾਹਿਤ ਸਭਾ ਨਾਲ ਟੁੱਟਣਾ ਵੀ ਪਿਆ। ਅਤੇ ਸਫ਼ਰ ਕਰਦੇ ਕਰਦੇ ਫਿਰ ਜਿੱਦਾਂ ਪਰਮਾਤਮਾ ਨੂੰ ਮਤਲਬ ਮਨਜ਼ੂਰ ਹੁੰਦਾ ਹੈ, ਪਰਮਾਤਮਾ ਦੇ ਹੁਕਮ ਬਿਨਾਂ ਤਾਂ ਭਾਜੀ ਕੋਈ ਪਤਾ ਨਹੀਂ ਝੁਲਦਾ ਨਾ। ਅਤੇ ਮੇਰੀ ਦਸੂਹੇ ਉਦੋਂ ਪੋਸਟਿੰਗ ਹੋਈ ਅਤੇ ਫਿਰ ਸਬੱਬ ਬਣਿਆ ਸੱਚੀ ਗੱਲ ਅਖਬਾਰ ਦੇ ਸਾਡੇ ਮੇਰੇ ਮਾਣਯੋਗ ਵੱਡੇ ਵੀਰ ਸੰਜੀਵ ਮੋਹਨ ਡਾਵਰ ਜੀ ਨਾਲ ਸੰਪਰਕ ਕਰਨ ਦਾ। ਅਤੇ ਮੈਂ ਇਹਨਾਂ ਨੂੰ ਜਾਣਦਾ ਨਹੀਂ ਸੀਗਾ ਅਤੇ ਮੇਰਾ ਇੱਕ ਸਾਥੀ ਲੈ ਕੇ ਆਇਆ ਸੀਗਾ। ਮੈਂ ਆਪਣੀ ਇਹਨਾਂ ਨੂੰ ਰਚਨਾ ਦਿੱਤੀ ਪੰਜਾਬਣ ਬਾਰੇ, ਉਹ ਗੀਤ ਸੀਗਾ ਕੀ ਕਹਿਣੇ ਤੇਰੇ ਨਹੀਂ ਪੰਜਾਬਣੇ। ਅਤੇ ਉਹ ਫਿਰ ਮੈਂ ਸਰਾਂ ਨੂੰ ਇੱਥੇ ਦੇ ਕੇ ਗਿਆ ਸੀ। 2010 ਦੀ ਗੱਲ ਆ ਮੇਰੇ ਖਿਆਲ ਇਹ। ਅਤੇ ਉਹ ਫਿਰ ਜਦੋਂ ਅਖਬਾਰ ਦੇ ਵਿੱਚ ਹਫ਼ਤਾਵਾਰ ਅਖਬਾਰ ਵੀਰਵਾਰ ਨੂੰ ਜਦੋਂ ਛਪਦੀ ਸੀਗੀ ਤਾਂ ਉਹਦੇ 'ਚ ਇਹ ਛਪਿਆ। ਤਾਂ ਮੇਰੇ ਸੀਨੀਅਰ ਸੈਕੰਡਰੀ ਸਕੂਲ ਜਿਹਨੂੰ ਖਾਲਸਾ ਸਕੂਲ ਕਹਿੰਦੇ ਨੇ ਦਸੂਹਾ, ਇੱਥੇ ਸਾਰੇ ਬੱਚੇ +1 2 ਦੇ 10ਵੀਂ ਦੇ ਅਧਿਆਪਕ ਉਹ ਸਾਰੇ ਅਖਬਾਰ ਲਈ ਫਿਰਦੇ ਸੀਗੇ ਵੀ ਸਰ ਜੀ ਤੁਹਾਡਾ ਇਹ ਅੱਜ ਅਖਬਾਰ ਦੇ ਵਿੱਚ ਗੀਤ ਛਪਿਆ ਆ। ਅਤੇ ਮੈਨੂੰ ਬੜੀ ਹਿੰਮਤ ਹੌਸਲਾ ਮਿਲਿਆ। ਫਿਰ ਮੈਂ ਸਰ ਕੋਲ ਇਹ ਆਉਂਦਾ ਰਿਹਾ, ਜੁੜ ਗਿਆ। ਅਤੇ ਅਸਲ ਵਿੱਚ ਜੇ ਮੈਂ ਕਿਤਾਬ ਤੱਕ ਪਹੁੰਚਿਆ ਆ ਅਤੇ ਪਹਿਲਾ ਪੌਡਾ ਜਿਹੜਾ ਹੈ ਨਾ, ਪਹਿਲਾ ਪੌਡਾ ਇਹੀ ਆ ਜੀ। ਸੱਚੀ ਗੱਲ ਦਾ ਦਫ਼ਤਰ ਇੱਥੇ ਹੀ ਮੈਂ ਆਇਆ ਸੀਗਾ। ਰਚਨਾਵਾਂ ਤਾਂ ਮੈਂ 20 ਸਾਲ ਤੋਂ ਪਹਿਲਾਂ ਤੋਂ ਲਿਖੀਆਂ ਸੀ ਭਾਜੀ, ਪਰ ਇੱਕ ਮਤਲਬ ਸਬੱਬ ਬਣਿਆ ਇਹਨਾਂ ਨਾਲ। ਅਤੇ ਮੇਰੀ ਇੱਛਾ ਵੀ ਸੀ ਵੀ ਮੇਰੇ ਲਈ ਤਾਂ ਮੱਕਾ ਇਹੀ ਆ ਵੀ ਮੈਂ ਉੱਥੋਂ ਹੀ ਜਾ ਕੇ ਰਿਲੀਜ਼ ਕਰਨੀ ਚਾਹੁੰਦਾ ਹਾਂ। ਬੇਸ਼ੱਕ ਵੱਖਰੇ ਸਾਡੇ ਸਮਾਜ 'ਚ ਮੇਰੇ ਦੋਸਤ ਮਿੱਤਰ ਬਹੁਤ ਵੱਡੇ ਸਾਹਿਤਕਾਰ ਹੈਗੇ ਨੇ, ਪਰ ਦਿਲੋਂ ਜਿਹੜੀ ਆਵਾਜ਼ ਆ ਨਾ, ਇੱਕ ਰਾਈਟਰ ਇੱਕ ਭਾਵੁਕ ਹੁੰਦਾ ਆ। ਮੇਰੀਆਂ ਭਾਵਨਾਵਾਂ ਨੂੰ ਜਿਹੜਾ ਚਾਰ ਚੰਦ ਜਾਂ ਬੂਰ ਦੇਣ ਵਾਲੇ ਦਫ਼ਤਰ ਹੀ ਆ, ਇਹ ਅਖਬਾਰ ਹੀ ਆ। ਅਤੇ ਇੱਦਾਂ ਮੇਰਾ ਇੱਥੇ ਤੱਕ ਸਫ਼ਰ ਪਹੁੰਚਿਆ ਕਿਤਾਬ ਤੱਕ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਭਾਜੀ ਹੁਣਾਂ ਦਾ। ਅਤੇ ਮੈਂ ਬੜਾ ਮਾਣ ਮਹਿਸੂਸ ਕਰਦਾ ਹਾਂ ਭਾਜੀ ਹੁਣਾਂ ਨੇ ਉਸ ਅਖਬਾਰ ਦੇ ਮੁੱਖ ਸੰਪਾਦਕ ਜੀ ਨੂੰ ਨਾਲ ਲੈ ਕੇ ਜਿਹੜੀ ਅੱਜ ਇਹ ਆਪਣੀ ਬੁੱਕ ਨੂੰ ਰਿਲੀਜ਼ ਕੀਤਾ। ਕਿਉਂਕਿ ਆਪਣੇ ਕਦੀ ਮੁੱਢ ਨੂੰ ਨਹੀਂ ਭੁੱਲਣਾ ਚਾਹੀਦਾ ਜਿੱਥੋਂ ਅਸੀਂ ਉੱਠੇ ਹਾਂ, ਜਿੱਥੋਂ ਸਾਨੂੰ ਸਰੋਤਿਆਂ ਨੇ ਪੜ੍ਹਨਾ ਸ਼ੁਰੂ ਕੀਤਾ। ਅਤੇ ਮੈਂ ਦਰਸ਼ਕਾਂ ਨੂੰ ਦਿਖਾ ਰਿਹਾ ਇਸ ਮੇਰੇ ਵੀਰ ਦੀ ਕਿਤਾਬ
ਕਿਤਾਬ ਦਾ ਹੈਡਿੰਗ ਤੁਸੀਂ ਪੜ੍ਹ ਰਹੇ ਹੋ, ਦੇਖ ਰਹੇ ਹੋਵੋਗੇ, ਅਹਿਸਾਸਾਂ ਦੇ ਸੁੱਚੇ ਮੋਤੀ। ਇਹ ਜਿਹੜਾ ਨਾਮ ਆ, ਜ਼ਰੂਰ ਇਹਨਾਂ ਨੇ ਇਸ ਚੀਜ਼ ਨੂੰ ਕਿਸੇ ਸੋਚ ਨੂੰ ਘੜ ਕੇ ਜ਼ਰੂਰ ਲਿਖਿਆ ਹੋਣਾ, ਕਿਉਂਕਿ ਇੱਕ ਰਾਈਟਰ ਜੇ 2 ਸ਼ਬਦ ਵੀ ਲਿਖਦਾ ਹੈ ਉਹਦਾ ਬਹੁਤ ਵੱਡਾ ਮਤਲਬ ਹੁੰਦਾ। ਅਤੇ ਮੈਂ ਭਾਜੀ ਹੁਣਾਂ ਕੋਲ ਜਾਣਨਾ ਚਾਹੁੰਦਾ ਕਿ ਇਹ ਤੁਸੀਂ ਹੈਡਿੰਗ ਕਿਸ ਤਰ੍ਹਾਂ ਸੋਚਿਆ, ਅਤੇ ਇਹ ਦੂਜਾ ਸਾਨੂੰ ਇਸ ਬਾਰੇ ਦੱਸਣਾ ਕਿ ਇਸ ਕਿਤਾਬ ਦੇ ਵਿੱਚ ਕੀ ਕੀ ਅਨਮੋਲ ਖਜ਼ਾਨੇ ਆ, ਕੀ ਕੀ ਸੁੱਚੇ ਮੋਤੀ ਜਿਹੜੇ ਦਰਸ਼ਕਾਂ ਨੂੰ ਪੜ੍ਹਨ ਨੂੰ ਮਿਲਣਗੇ। ਹਾਂਜੀ ਭਾਜੀ, ਕਿਤਾਬ ਦੀ ਦੇ ਨਾਂ ਦੀ ਗੱਲ ਕਰੀਏ, ਮੇਰੇ ਲਈ ਇੱਕ ਇਹ ਗੁੰਝਲਦਾਰ ਮਸਲਾ ਸੀ, ਕਿਉਂਕਿ ਮੇਰੀਆਂ ਕਵਿਤਾਵਾਂ, ਗਜ਼ਲਾਂ ਅਤੇ ਇੱਦਾਂ ਵੱਖਰੀ ਵੱਖਰੀ ਵੰਨਗੀ ਦੇ ਵਿੱਚ ਮੇਰੀਆਂ ਰਚਨਾਵਾਂ ਸੀਗੀਆਂ, ਅਤੇ ਗੀਤ ਵੀ ਜਿਹੜੇ ਆ ਪੰਜਾਬਣ ਅਤੇ ਗਿੱਧਿਆਂ ਦੇ ਗੀਤ ਜਾਂ ਉਹਦੇ ਪਹਿਰਾਵੇ ਜਿਹੜੇ ਲੁਪਤ ਹੋ ਗਏ ਆ ਪੰਜਾਬਣ ਦੇ, ਅਤੇ ਜਾਂ ਗਹਿਣੇ ਲੁਪਤ ਹੋ ਗਏ, ਨਹੀਂ ਉਹ ਪਾਉਂਦੀ ਕਿਉਂਕਿ ਉਹ ਮਾਡਰਨਾਈਜ਼ ਹੋ ਗਈ ਹੈਗੀ ਆ, ਪੱਛਮੀ ਪ੍ਰਭਾਵ ਪੈ ਗਿਆ। ਉਹ ਸਾਰੀਆਂ ਗੱਲਾਂ ਜਿਹੜੀਆਂ ਮੇਰੇ ਮਨ ਨੂੰ ਜਿਹੜੀਆਂ ਪਿੰਚ ਕੀਤੀਆਂ ਸੀ, ਉਹ ਮੈਂ ਸਾਰੇ ਲਿਖਿਓ ਸੀ। ਅਤੇ ਉਹ 2 ਤਰ੍ਹਾਂ ਦੇ ਮੈਟਰ ਸੀ। ਮੈਨੂੰ ਪਹਿਲਾਂ ਤਾਂ ਮੈਂ ਸੋਚਦਾ ਸੀ ਵੀ ਇਹਦੀਆਂ 2 ਕਿਤਾਬਾਂ ਬਣਾ ਲਵਾਂ, ਪਰ ਮੈਂ ਲੇਟ ਬਹੁਤ ਹੋ ਗਿਆ ਸੀ, 15-20 ਸਾਲ 25 ਸਾਲ ਮੈਨੂੰ ਹੋ ਗਏ ਸੀ, ਅਤੇ ਫਿਰ ਮੈਂ ਇਹ ਦੋਨੇ ਹੀ ਤਰ੍ਹਾਂ ਦੇ ਮੈਟਰ ਇੱਕ ਬੁੱਕ 'ਚ ਰੱਖੇ ਆ। ਤਾਂ ਫਿਰ ਮੈਨੂੰ ਸਾਂਝਾ ਨਾਂ ਚਾਹੀਦਾ ਸੀਗਾ, ਅਤੇ ਇਕੱਲੇ ਗੀਤ ਹੁੰਦੇ ਤਾਂ ਮੈਂ ਪੰਜਾਬਣ 'ਤੇ ਕੋਈ ਟਾਈਟਲ ਰੱਖ ਲੈਣਾ ਨਾ, ਟਾਈਟਲ ਅਤੇ ਸਿਰਲੇਖ ਰੱਖ ਲੈਣਾ, ਅਤੇ ਜੇ ਇਹ ਦੋਨੇ ਮੈਟਰ ਕਰਕੇ ਮੈਂ ਫਿਰ ਇੱਕ ਸਾਂਝਾ ਨਾਂ ਪਏ, ਕਿਉਂਕਿ ਜਦੋਂ ਇੱਕ ਰਾਈਟਰ ਨੂੰ ਕੋਈ ਦੇਖਣ ਨੂੰ ਸਮਾਜ ਦੇ ਵਿੱਚ ਕੋਈ ਮਾੜੀ ਚੰਗੀ ਗੱਲ ਮਿਲਦੀ ਆ, ਉਹਨੂੰ ਕੋਈ ਅਹਿਸਾਸ ਹੁੰਦਾ ਨਾ, ਤਾਂ ਫਿਰ ਉਹਦੇ ਮਨ 'ਚੋਂ ਉਹ ਜਿਹੜੇ ਪੰਗਾਰੇ ਫੁੱਟਦੇ ਆ, ਅਤੇ ਉਹੀ ਉਹ ਆਪਣੀ ਕਲਮ ਰਾਹੀਂ ਲਿਖਦਾ ਆ। ਅਤੇ ਇਹ ਮੈਂ ਜਿਹੜੇ ਮੇਰੇ ਆਪਣੇ ਸ਼ਬਦ ਹੈਗੇ ਆ, ਉਹਨੂੰ ਮੈਂ ਸੁੱਚੇ ਮੋਤੀ ਦਾ ਫਿਰ ਨਾਂ ਦਿੱਤਾ ਵੀ ਅਹਿਸਾਸਾਂ ਦੇ ਸੁੱਚੇ ਮੋਤੀ, ਚਾਹੇ ਉਹ ਬੇਸ਼ੱਕ ਪੰਜਾਬਣ 'ਤੇ ਗੀਤ ਆ, ਬੇਸ਼ੱਕ ਉਹ ਗਜ਼ਲਾਂ ਆ, ਕਵਿਤਾਵਾਂ ਆ, ਅਤੇ ਇਸ ਤਰ੍ਹਾਂ ਇਹਦਾ ਮੈਂ ਨਾਂ ਚੁਣਿਆ। ਅਤੇ ਫਿਰ ਕਿਤਾਬ ਦਾ ਰੂਪ ਦੇਣ ਵੇਲੇ ਮੇਰੇ ਮਨ 'ਚ ਆਇਆ ਵੀ ਇਹਦੇ 'ਚ ਇਸ ਟਾਈਟਲ ਨਾਲ ਸੰਬੰਧਿਤ ਇੱਕ ਰਚਨਾ ਵੀ ਹੋਣੀ ਚਾਹੀਦੀ ਆ। ਫਿਰ ਮੈਂ ਸਪੈਸ਼ਲ ਇਹਦੇ ਬਾਰੇ ਇੱਕ ਰਚਨਾ ਲਿਖੀ ਵੀ ਅਹਿਸਾਸਾਂ ਦੇ ਸੁੱਚੇ ਮੋਤੀ, ਯਾਰੋ ਮੁੱਲ ਨਾ ਬਾਜ਼ਾਰੋਂ ਮਿਲਦੇ, ਇਹ ਤਾਂ ਉਹ ਫੁੱਲ ਨੇ ਜੋ ਦਿਲ ਦੇ ਸਮੁੰਦਰ ਵਿੱਚ ਖਿਲਦੇ। ਤੱਤੀਆਂ ਠੰਡੀਆਂ ਹਵਾਵਾਂ ਜਦੋਂ ਲੰਘ ਜਾਂਦੀਆਂ ਖਹਿ ਕੇ, ਦਿਲ ਦੇ ਵਿੱਚ ਫਿਰ ਮੋਤੀ ਉਪਜਣ ਜੋ ਮੰਗਿਆ ਨਾ ਮਿਲਦੇ। ਸੋ ਇਹ ਲਾਈਨਾਂ ਜਿਹੜੀਆਂ ਆ ਉਹ ਇਹਨੂੰ ਟਾਈਟਲ ਨੂੰ ਇਹਦੀ ਵਿਆਖਿਆ ਕਰਦੀਆਂ ਆ ਵੀ ਮਤਲਬ ਇਹ ਜਿਹੜਾ ਆ ਸਾਰੇ ਜਿਹੜੇ ਜਜ਼ਬਾਤ ਆ, ਇਹ ਮੈਂ ਇਹਨਾਂ ਨੂੰ ਸੁੱਚੇ ਮੋਤੀ ਨਾਂ ਦਿੱਤਾ ਗਿਆ ਹੈਗਾ। ਅਤੇ ਉਹਦਾ ਜਿਹੜਾ ਬਾਹਰਲਾ ਪੰਨਾ ਵੀ ਫਿਰ ਮੈਂ ਉਸ ਤਰ੍ਹਾਂ ਦਾ ਜਿਹੜਾ ਡਿਜ਼ਾਈਨ ਕਰਵਾਇਆ ਹੈਗਾ ਜੀ। ਠੀਕ ਹੈ ਜੀ। ਅੱਛਾ ਭਾਜੀ, ਇਹ ਪੁੱਛਣਾ ਚਾਹੁੰਦਾ, ਜੇ ਕੋਈ ਸਰੋਤਾ ਇਸ ਕਿਤਾਬ ਨੂੰ ਪੜ੍ਹਨਾ ਚਾਹੁੰਦਾ ਹੋਵੇ, ਤੁਹਾਡੇ ਨਾਲ ਕਿਸ ਤਰ੍ਹਾਂ ਰਾਬਤਾ ਕਾਇਮ ਕਰੂਗਾ? ਸਰੋਤਿਆਂ ਲਈ 24 ਘੰਟੇ ਹਾਜ਼ਰ ਹਾਂ। ਤੁਹਾਡਾ ਪਹਿਲੀ ਗੱਲ ਆ ਦਫ਼ਤਰ ਹੀ ਹੈਗਾ, ਸੱਚੀ ਗੱਲ ਅਖਬਾਰ ਨਾਲ ਜਾਂ ਸਾਰਿਆਂ ਨਾਲ ਸੰਪਰਕ ਕੀਤਾ ਜਾਵੇ, ਜਾਂ ਚਲੋ ਮੈਂ ਫ਼ੋਨ ਨੰਬਰ ਵੀ ਦਿੱਤਾ ਹੈਗਾ। ਤੁਹਾਡੀ ਅਖਬਾਰ ਦੇ ਵਿੱਚ ਮੇਰੀਆਂ ਰਚਨਾਵਾਂ ਪਬਲਿਸ਼ ਹੁੰਦੀਆਂ ਵੀ ਆ। ਮੈਂ ਮਾफ़ੀ ਚਾਹੁੰਦਾ, ਪਿਛਲੇ 15-20 ਦਿਨ ਤੋਂ ਮੈਂ ਅਨਟੱਚ ਹਾਂ, ਕੋਈ ਮੇਰੇ ਕੋਲ ਰਚਨਾ ਨਹੀਂ ਭੇਜ ਹੋਈ, ਕਿਉਂਕਿ ਮੇਰਾ ਸਾਰਾ ਧਿਆਨ ਇੱਧਰ ਸੀ, ਜਲੰਧਰ 2-3 ਵਾਰੀ ਜਾਣਾ ਪਿਆ। ਅਤੇ 24 ਘੰਟੇ ਫ਼ੋਨ 'ਤੇ ਕੰਟੈਕਟ ਜਾਂ ਸਰਾਂ ਕੋ ਅਤੇ ਅਵੇਲੇਬਲ ਮੈਂ ਪਹੁੰਚਾ ਸਕਦਾ ਕਿਤਾਬ ਉਹਨਾਂ ਨੂੰ, ਕੋਈ ਗੱਲ ਨਹੀਂ। ਹਾਂਜੀ, ਮੈਂ ਧੰਨਵਾਦ ਕਰਦਾ ਭਾਜੀ, ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਾਂਗੇ, ਕਿਉਂਕਿ ਮੈਂ ਇਹੀ ਦੱਸਣਾ ਚਾਹੁੰਦਾ ਕਿ ਜਦੋਂ ਵੀ ਕੋਈ ਵੀ ਰਾਈਟਰ ਲਿਖਦਾ ਆ, ਅਤੇ ਉਹਦੇ ਪਿੱਛੇ ਉਹਦਾ ਇੱਕ ਪਰਿਵਾਰ ਦਾ ਸਾਥ ਹੋਣਾ ਬਹੁਤ ਜ਼ਰੂਰੀ ਆ। ਅਤੇ ਅੱਜ ਜਿਹੜੇ ਪਰਿਵਾਰਕ ਮੈਂਬਰ ਸਾਡੇ ਕੋਲ, ਉਹਨਾਂ ਦੇ ਵੱਡੇ ਬ੍ਰਦਰ ਅਸ਼ੋਕ ਭਾਜੀ ਪਹੁੰਚੇ ਆ, ਉਹਨਾਂ ਦੇ ਮਿਸਿਜ਼ ਅਨੀਤਾ ਜੀ ਪਹੁੰਚੇ ਆ, ਮੈਨੂੰ ਲੱਗਦਾ ਛੋਟੇ ਬ੍ਰਦਰ ਆ, ਹਾਂਜੀ ਛੋਟੇ ਬ੍ਰਦਰ ਅਸ਼ੋਕ ਭਾਜੀ ਅਤੇ ਅਨੀਤਾ ਜੀ। ਇਹਨਾਂ ਪਾਸੋਂ ਜਾਣਾਂਗੇ। ਸਭ ਤੋਂ ਪਹਿਲਾਂ ਅਸ਼ੋਕ ਭਾਜੀ ਕੋ। ਭਾਜੀ, ਤੁਹਾਡੇ ਬ੍ਰਦਰ ਜੋ ਲਿਖਦੇ ਆ, ਤੁਸੀਂ ਉਹਨਾਂ ਨੂੰ ਕਿੰਨਾ ਕੁ ਸੁਣਦੇ ਆ, ਜਾਂ ਕਿੰਨਾ ਕੁ ਤੁਹਾਨੂੰ ਚੇਟਕ ਹੁੰਦੀ ਆ ਕਿ ਉਹ ਬ੍ਰਦਰ ਨੇ ਲਿਖਿਆ ਮੈਂ ਸੁਣਾ? ਸਭ ਤੋਂ ਪਹਿਲਾਂ ਤਾਂ ਮੈਂ ਇਸ ਦਾ ਜਵਾਬ ਦੇਣ ਤੋਂ ਪਹਿਲਾਂ ਤਾਂ ਮੈਂ ਅਜੀਤ ਸੱਚੀ ਗੱਲ ਅਖਬਾਰ ਦੇ ਜਿਹੜੇ ਮਾਲਕ ਆ ਸੰਜੀਵ ਕੁਮਾਰ ਡਾਵਰ ਜੀ, ਉਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਜੋ ਇੰਸਪੀਰੇਸ਼ਨ ਆ ਇੱਥੋਂ ਹੀ ਮਿਲੀ ਇਹਨਾਂ ਨੂੰ। ਅਤੇ ਹੁਣ ਮੈਂ ਜਵਾਬ ਦੇਣਾ ਤੁਹਾਡੇ ਸਵਾਲ ਦਾ ਕਿ ਮੈਂ ਕਹਿੰਦਾ ਜੇ ਮੇਰੀ ਕਲਮ ਚੱਲੀ ਹੈ ਮਾੜੀ ਮੋਟੀ, ਮੈਨੂੰ ਲਿਖਣ ਦਾ ਸ਼ੌਂਕ ਆ, ਪਰ ਮੈਂ ਜਿੰਨਾ ਗਹਿਰਾਈ ਨਾਲ ਉਹ ਲਿਖਦੇ ਉਨਾ ਮੈਂ ਲਿਖ ਨਹੀਂ ਪਾ ਰਿਹਾ। ਮੈਨੂੰ ਵੀ ਇੰਸਪੀਰੇਸ਼ਨ ਇੱਥੋਂ ਹੀ ਮਿਲੀ ਆ, ਕਿਉਂਕਿ ਗ੍ਰਾਮਟੀਕਲੀ ਜੇ ਕੋਈ ਵੀ ਗੱਲ ਹੁੰਦੀ ਡਿਸਕਸ, ਮੈਂ ਖੁਦ ਪੁੱਛਦਾ ਹੁੰਦਾ ਸੀਗਾ ਇਹਨਾਂ ਨੂੰ ਕਿ ਇਹ ਕਿੱਥੇ ਬਿੰਦੀ ਪੈਣੀ ਆ, ਲੱਲੇ ਵਾਰ ਬਿੰਦੀ ਪੈਣੀ ਕਿ ਨਹੀਂ ਪੈਣੀ। ਸੋ ਇੱਦਾਂ ਦੀਆਂ ਬਰੀਕੀਆਂ ਇਹਨਾਂ ਤੋਂ ਮੈਂ ਪੁੱਛਦਾ ਰਿਹਾ। ਇਹਨਾਂ ਦੀ ਜਿਹੜੀ ਇੱਕ ਡੂੰਘਾਈ ਕਾਫੀ, ਕਿਉਂਕਿ ਪੰਜਾਬੀ ਮਾਸਟਰ ਆ, ਮੈਂ ਇੰਗਲਿਸ਼ ਲੈਕਚਰਰ ਆ, ਮੇਰੀ ਇੰਨੀ ਕਮਾਂਡ ਭਾਵੇਂ ਮਾਂ ਬੋਲੀ ਆ, ਪਰ ਉਹ ਗ੍ਰਾਮਟੀਕਲੀ ਇੰਨੀ ਮੇਰੀ ਕਮਾਂਡ ਪੰਜਾਬੀ ਦੀ ਨਹੀਂ ਹੈ। ਅਹਿਸਾਸ ਮੈਂ ਵੀ ਲਿਖਦਾ ਹਾਂ, ਲੇਕਿਨ ਫ਼ਰਕ ਹੁੰਦਾ ਆ ਆਪਣੀ ਇੱਕ ਇੰਟੈਕਚੁਅਲ ਲੈਵਲ ਦਾ ਆਪਣੇ ਵਿਸ਼ੇ ਦੇ ਵਿੱਚ। ਅਤੇ ਬਹੁਤ ਮਤਲਬ ਇਹਨਾਂ ਕਿਤਾਬਾਂ ਪੂਰੀਆਂ ਪਹਿਲਾਂ ਵੀ ਪੜ੍ਹ ਚੁੱਕਾ ਹਾਂ, ਹੁਣ ਮੈਂ ਕਿਤਾਬ ਰੂਪ 'ਚ ਪੜ੍ਹਾਂਗਾ। ਇੱਕ ਪਲੇਠੀ ਇਹਨਾਂ ਦੀ ਪੇਸ਼ਕਸ਼ ਹੈ ਕਿਤਾਬ ਅਹਿਸਾਸਾਂ ਦੇ ਸੁੱਚੇ ਮੋਤੀ, ਅਤੇ ਮੈਨੂੰ ਬਹੁਤ ਖੁਸ਼ੀ ਆ, ਮਾਣ ਵੀ ਮਹਿਸੂਸ ਹੋ ਰਿਹਾ। ਅਤੇ ਮੇਰੇ ਵੱਡੇ ਭਾਜੀ ਆ, ਅਤੇ ਮੈਂ ਈਵਨ ਇੱਕ ਐਕੈਡੈਮਿਕਲੀ ਮੇਰੀ ਸਪੋਰਟ ਨਹੀਂ ਕਰਦੇ, ਉਂਝ ਵੀ ਸਮਾਜਿਕ ਤੌਰ 'ਤੇ ਇਕਨੋਮਿਕਲੀ ਹਰ ਪੱਖੋਂ ਮੇਰੇ ਨਾਲ ਆ। ਇੱਕ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਮੈਨੂੰ ਇੱਦਾਂ ਦਾ ਇਸ ਜਨਮ 'ਚ ਮੈਨੂੰ ਇੰਨਾ ਵਧੀਆ ਭਰਾ ਮਿਲਿਆ। ਠੀਕ ਹੈ ਜੀ।
ਬਹੁਤ ਬਹੁਤ ਧੰਨਵਾਦ ਭਾਜੀ ਹੁਣਾਂ ਦਾ ਅਸੀਂ ਕਰਦੇ ਹਾਂ, ਕਿਉਂਕਿ ਇੱਕ ਬ੍ਰਦਰ ਦੀ ਕਾਮਯਾਬੀ ਤੇ ਦੂਜਾ ਬ੍ਰਦਰ ਦਾ ਮਨ ਇੱਕ ਖੁਸ਼ੀ ਦੇ ਤੌਰ 'ਤੇ ਇਮੋਸ਼ਨਲ ਹੁੰਦਾ ਆ। ਮੈਂ ਮੁਬਾਰਕਬਾਦ ਦਿੰਦਾ ਹਾਂ। ਅਨੀਤਾ ਮੈਡਮ ਜੀ ਹੁਣਾਂ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਇੱਕ ਜੀਵਨ ਸਾਥਣ ਦਾ ਰੋਲ ਬਹੁਤ ਵੱਡਾ ਹੁੰਦਾ। ਇੱਕ ਜਿਹੜਾ ਲਿਖਦਾ ਅਤੇ ਦੂਜੇ ਉਹਨੂੰ ਜਿਹੜੀ ਮੋਟੀਵੇਸ਼ਨ ਮਿਲਣੀ ਬਹੁਤ ਜ਼ਰੂਰੀ ਆ। ਅਤੇ ਮੈਂ ਅਨੀਤਾ ਮੈਡਮ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਮੁਬਾਰਕਬਾਦ ਦਿੰਦਾ ਹਾਂ, ਅਤੇ ਜ਼ਰੂਰ ਦੱਸਣਾ ਕਿ ਭਾਜੀ ਹੁਣੀ ਲਿਖਦੇ ਆ ਅਤੇ ਤੁਹਾਡਾ ਕਿੰਨਾ ਯੋਗਦਾਨ ਹੁੰਦਾ ਇਹਦੇ ਪਿੱਛੇ। ਸਰ ਲਿਖਦੇ ਤਾਂ ਉਹ ਬਹੁਤ ਵਧੀਆ, ਕਾਫੀ ਚਿਰ ਤੋਂ ਲਿਖਦੇ ਆ ਰਹੇ ਆ। ਮੇਰੇ ਖਿਆਲ 'ਚ 20-25 ਸਾਲ ਹੋ ਗਏ ਉਹਨਾਂ ਨੂੰ ਲਿਖਦਿਆਂ ਨੂੰ। ਔਰ ਇਹ ਲਿਖਦੇ ਹੀ ਨਹੀਂ, ਇੱਕ ਬਹੁਤ ਪੱਖੀ ਸ਼ਖਸੀਅਤ ਦੇ ਮਾਲਕ ਆ ਇਹ, ਇੱਕ ਲੇਖਕ ਦੇ ਤੌਰ 'ਤੇ, ਇੱਕ ਬੇਟੇ ਦੇ ਤੌਰ 'ਤੇ। ਇੱਕ 20-25 ਸਾਲ ਪਹਿਲਾਂ ਤੋਂ, ਅਤੇ ਉਦੋਂ ਅਸੀਂ ਇਕੱਠੇ ਪੜ੍ਹਦੇ ਸੀਗੇ। ਹੋ ਸਕਦਾ ਉਦੋਂ ਸਾਡੀ ਥੋੜ੍ਹੀ ਬਹੁਤੀ ਜਿੱਦਾਂ ਅਟਰੈਕਸ਼ਨ ਦੇ ਤੌਰ ਦੇ ਉੱਤੇ ਇਹਨਾਂ ਨੇ ਇੱਕ ਕਵਿਤਾ ਜਿਹੜੀ ਲਿਖ ਕੇ ਸੀ ਉਹ ਮੈਨੂੰ ਦਿੱਤੀ ਸੀਗੀ, ਅਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਸੀਗਾ ਉਹ ਲਿਖਣਾ ਜਿਹੜਾ ਸੀਗਾ ਉਹ ਜ਼ਿਆਦਾ ਸ਼ੁਰੂ ਕਰ ਦਿੱਤਾ। ਕਾਫੀ ਲਿਖਣਾ, ਸਾਹਿਤ ਕਥਾ ਤੁਹਾਡੀ ਸਰ ਦੀ ਜਿਹੜੀ ਸੱਚੀ ਗੱਲ ਅਖਬਾਰ ਹੈ ਇਹਦੇ ਵਿੱਚ ਦਸੂਹੇ ਆ ਗਏ, ਇਹ ਉਹਨੂੰ ਉੱਥੋਂ ਦੇਣ ਲੱਗ ਪਏ ਨੇ। ਉੱਥੋਂ ਥੋੜ੍ਹੀ ਹੌਲੀ ਇਹਨਾਂ ਦਾ ਜਿੱਦਾਂ ਆਪਣੀਆਂ ਲਿਖਤਾਂ ਪ੍ਰਤੀ ਸੀਰੀਅਸ ਹੁੰਦੇ ਗਏ, ਪਰਪੱਕ ਹੁੰਦੇ ਗਏ, ਅਤੇ ਉਸ ਤੋਂ ਬਾਅਦ ਆ ਤੁਹਾਡੇ ਸਾਹਮਣੇ ਆ ਵੀ ਉਹਨਾਂ ਨੇ ਜੋ ਆਪਣੇ ਦਿਲ ਦੇ ਵਿਚਾਰ, ਜੋ ਆਪਣੇ ਅਹਿਸਾਸ ਸੀਗੇ, ਇੱਕ ਸੁੱਚੇ ਮੋਤੀ ਦੀ ਤਰ੍ਹਾਂ ਪਰੋ ਕੇ ਸਾਰੇ ਪਾਠਕਾਂ ਦੇ ਰੂਬਰੂ ਕੀਤੇ ਹੈਗੇ ਆ। ਅਤੇ ਮੈਂ ਧੰਨਵਾਦ ਜਿਹੜਾ ਹੈਗਾ ਉਹ ਮਹਿਕ ਪ੍ਰਕਾਸ਼ਨ ਜਿਹੜਾ ਹੈਗਾ ਆ ਉਹਨਾਂ ਦਾ ਵੀ ਕਰਦੀ ਹੈਗੀ। ਉਹਨਾਂ ਨੇ ਜੋ ਇਹਨਾਂ ਨੇ ਕਿਹਾ, ਜਿੱਦਾਂ ਇਹਨਾਂ ਨੇ ਕਿਹਾ ਵੀ ਉਹਨਾਂ ਨੇ ਵੀ ਉਹ ਸਾਡੇ ਰਿਸ਼ਤੇ 'ਚ ਵੀ ਚਲੋ ਮਾਮਾ ਜੀ ਲੱਗਦੇ ਆ, ਵੀ ਉਹਨਾਂ ਨੇ ਵੀ ਕੋਈ ਇੱਦਾਂ ਦਾ ਨਹੀਂ ਕੀਤਾ। 1 ਵਾਰੀ 2 ਵਾਰੀ 3 ਵਾਰੀ ਇਹਨਾਂ ਨੇ ਰਿਪੀਟ ਕਰਕੇ ਬਾਰ-ਬਾਰ ਵੀ ਮੈਨੂੰ ਇਸ ਤਰ੍ਹਾਂ ਦਾ ਮਟੀਰੀਅਲ ਚਾਹੀਦਾ, ਇਸ ਤਰ੍ਹਾਂ ਦਾ ਚੱਲਦਾ। ਉਹ ਸਾਰਾ ਕੁਝ ਇੱਕ ਅਹਿਸਾਸਾਂ ਨੂੰ, ਇੱਕ ਸੁੱਚੇ ਮੋਤੀਆਂ ਨੂੰ ਅਹਿਸਾਸਾਂ ਦੇ ਰੂਪ ਦੇ ਵਿੱਚ ਪਰੋ ਕੇ ਆਪਣੇ ਪਾਠਕਾਂ ਦੇ ਰੂਬਰੂ ਪੇਸ਼ ਕੀਤਾ ਆ। ਅਤੇ ਮੇਰੀ ਇੱਕ ਦਿਲੋਂ ਇੱਛਾ ਹੈਗੀ ਆ, ਇੱਕ ਮਤਲਬ ਮੈਨੂੰ ਇੱਕ ਪੂਰਾ ਯਕੀਨ ਵੀ ਹੈਗਾ ਵੀ ਜਿਹੜਾ ਹੈਗਾ ਕੋਈ ਵੀ ਜਿਹੜਾ ਸਰੋਤਾ ਇਸ ਪੁਸਤਕ ਨੂੰ ਪੜ੍ਹੇਗਾ ਅਤੇ ਉਹ ਨਿਰਾਸ਼ ਨਹੀਂ ਹੋਊਗਾ। ਹਾਂਜੀ, ਠੀਕ ਹੈ ਜੀ, ਧੰਨਵਾਦ ਕਰਦੇ ਅਸੀਂ ਤੁਹਾਡਾ ਵੀ, ਅਤੇ ਮੁਬਾਰਕਬਾਦ ਦਿੰਦੇ ਹਾਂ ਤੁਹਾਨੂੰ। ਅਤੇ ਮੈਂ ਕਹਿੰਦੇ ਹੁੰਦੇ ਆ ਕਿ ਰਾਈਟਰ ਕੁਛ ਨਾ ਕੁਛ ਕਿਸੇ ਚੀਜ਼ ਤੋਂ ਕੁਛ ਨਾ ਕੁਛ ਲੱਭ ਲੈਂਦੇ ਆ। ਅਖਬਾਰ ਦਾ ਨਾਂ ਵੀ ਸੱਚੀ ਗੱਲ ਆ, ਅਤੇ ਤੁਸੀਂ ਬੁੱਕ ਦਾ ਨਾਂ ਵੀ ਸੁੱਚੇ ਮੋਤੀ ਰੱਖਿਆ। ਅਤੇ ਮੈਂ ਹੁਣ ਪਹੁੰਚਾ ਹਾਂ ਸਾਡੇ ਅਖਬਾਰ ਦੇ ਮੁੱਖ ਸੰਪਾਦਕ ਜੀ, ਸੱਚੀ ਗੱਲ ਅਖਬਾਰ ਦੇ। ਸਰ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਤੁਹਾਡੀ ਅਖਬਾਰ ਦੇ ਰਾਹੀਂ ਉਸ ਲੇਖਕ, ਉਸ ਰਾਈਟਰ ਨੇ ਇੱਕ ਬਹੁਤ ਵੱਡੀ ਅਚੀਵਮੈਂਟ ਜਿਹੜੀ ਹਾਸਲ ਕਰਕੇ ਕਿਤਾਬ ਜਿਹੜੀ ਛਪਾਈ ਆ, ਅਤੇ ਤੁਹਾਡੇ ਹੱਥਾਂ ਰਾਹੀਂ ਜਿਹੜੀ ਉਹਨਾਂ ਨੇ ਅੱਜ ਉਹਨੂੰ ਲਾਂਚ ਕੀਤਾ ਆ। ਅਤੇ ਮੈਂ ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਦਿੰਦਾ ਹਾਂ। ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਰਾਜਕੁਮਾਰ ਕਦੋਂ ਤੋਂ ਤੁਹਾਡੇ ਨਾਲ ਜੁੜੇ ਆ, ਅਤੇ ਇਹਨਾਂ ਬਾਰੇ ਤੁਸੀਂ ਕੀ ਵਿਚਾਰ ਪੇਸ਼ ਕਰਨਾ ਚਾਹੁੰਦੇ ਆ। ਹਾਂਜੀ ਗੁਰਪ੍ਰੀਤ ਜੀ, ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ, ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਰਾਜਕੁਮਾਰ ਘਾਸੀਪੁਰੀਆ ਜੀ, ਜਿਨ੍ਹਾਂ ਨੇ ਇਹ ਅਹਿਸਾਸਾਂ ਦੇ ਸੁੱਚੇ ਮੋਤੀ, ਵਾਕਈ ਸੁੱਚੇ ਮੋਤੀ ਜਿਹੜੇ ਆ, ਇਹ ਬਿਲਕੁਲ ਮੇਰੇ ਸਾਹਮਣੇ ਆ ਕਿਤਾਬ। ਮੈਂ ਤੁਹਾਨੂੰ ਥੋੜ੍ਹੀ ਜਿਹੀ ਇੱਕ ਵਾਰੀ ਫਿਰ ਦਿਖਾ ਦਿੰਦਾ ਕਿ ਇਹਦੇ ਵਿੱਚ ਜਿੰਨਾ ਕੁ ਮੈਂ ਜਲਦੀ 'ਚ ਪੜ੍ਹ ਸਕਿਆ, ਇਹ ਵਾਕਈ ਸੁੱਚੇ ਮੋਤੀ ਹੀ ਨੇ, ਅਸਲ ਸੁੱਚੇ ਮੋਤੀ ਨੇ ਇਹ। ਅਤੇ ਦੂਸਰਾ ਇਹਨਾਂ ਦਾ ਵੱਡਾਪਨ ਆ, ਇਹ ਬੜੱਪਣ ਆ ਕਿ ਇਹਨਾਂ ਨੇ ਜਿਹੜੀ ਆ ਉਹ ਸੱਚੀ ਗੱਲ ਨੂੰ ਇੰਨਾ ਮਾਣ ਦਿੱਤਾ ਅਤੇ ਮੈਨੂੰ ਕਿਹਾ ਵੀ ਤੁਸੀਂ ਹੀ ਰਿਲੀਜ਼ ਕਰਨੀ ਆ, ਵੀ ਆਪਾਂ ਹੋਰ ਕਿਸੇ ਵੱਡੀ ਸ਼ਖਸੀਅਤ ਤੋਂ ਜਾਂ ਵੱਡੇ ਸਾਹਿਤਕਾਰ ਤੋਂ ਨਹੀਂ ਕਰਾਉਣਾ, ਤੁਹਾਡੇ ਤੋਂ ਹੀ ਕਰਾਉਣਾ। ਇੱਕ ਮੇਰੇ ਵਰਗੇ ਬੰਦੇ ਲਈ, ਕਿਉਂਕਿ ਮੈਂ ਸਾਹਿਤ ਨਾਲ ਜੁੜਿਆ ਤਾਂ ਹੈਗਾ, ਕਿਉਂਕਿ ਇਹੋ ਜਿਹੇ ਸਾਹਿਤਕਾਰ ਰਾਜਕੁਮਾਰ ਜੀ, ਇਹਨਾਂ ਦੇ ਬ੍ਰਦਰ ਅਸ਼ੋਕ ਜੀ ਅਤੇ ਹੋਰ ਬਹੁਤ ਸਾਰੇ ਰਾਈਟਰ ਆ, ਜੁੜਿਆ ਜ਼ਰੂਰ ਆ, ਲੇਕਿਨ ਮੈਂ ਖੁਦ ਆਪਣੇ ਆਪ ਨੂੰ ਇੱਕ ਰਚਨਾਕਾਰ ਇਹੋ ਜਿਹਾ ਨਹੀਂ ਕਹਿ ਸਕਦਾ। ਅਤੇ ਉਹਦੇ ਹੱਥੋਂ ਰਿਲੀਜ਼ ਹੋਣੀ ਮੈਂ ਬੜੇ ਮਾਣ ਵਾਲਾ ਇਹ ਗੱਲ ਸਮਝਦਾ ਹਾਂ। ਅਤੇ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਵੀ ਕਦੋਂ ਤੋਂ ਜੁੜੇ ਆ, ਦੇਖੋ ਜੀ, ਇਹ ਜਿਹੜੇ ਵੈਸੇ ਤਾਂ ਸੰਬੰਧ ਦੱਸਦੇ ਆ ਵੀ ਬੰਦੇ ਦੇ ਕਈ ਯੁਗਾਂ ਜਗਾਂਤਰਾਂ ਤੋਂ ਵੀ ਹੁੰਦੇ ਆ, ਪੁਰਾਣੇ ਕੋਈ ਸੰਬੰਧ ਹੁੰਦੇ ਜਿਹੜੇ ਇਸ ਜਨਮ ਦੇ ਵਿੱਚ ਆ ਕੇ ਉਹ ਫਰੂਟਫੁੱਲ ਹੁੰਦੇ ਆ। ਅਤੇ ਪਰ ਸਾਡੀ ਅਖਬਾਰ ਜਿਹੜੀ ਆ ਸੱਚੀ ਗੱਲ 2010 ਦੇ ਵਿੱਚ ਪਬਲਿਸ਼ ਹੋਣੀ ਸ਼ੁਰੂ ਹੋਈ ਸੀ, ਅਤੇ ਸੌਣ ਮਹੀਨਾ ਜਿਵੇਂ ਹੁਣ ਚੱਲ ਰਿਹਾ, ਇਸੇ ਮਹੀਨੇ ਦੀ ਸ਼ੁਰੂਆਤ 'ਚ ਭੋਲੇ ਸ਼ੰਕਰ ਦੇ ਚਰਨਾਂ ਤੋਂ ਸ਼ੁਰੂ ਹੋਈ ਸੀ। ਔਰ ਇਹ ਵੀ 2010 ਦੇ ਵਿੱਚ ਹੀ ਮੇਰੇ ਸੰਪਰਕ 'ਚ ਆਏ ਆਪਣੇ ਕਿਸੇ ਮਿੱਤਰ ਥਰੂ, ਉਹ ਮੇਰੇ ਨੋਨ ਸੀਗੇ, ਅਤੇ ਇਹਨਾਂ ਦੀਆਂ ਰਚਨਾਵਾਂ ਸਾਨੂੰ ਵਧੀਆ ਲੱਗੀਆਂ। ਅਖਬਾਰ 'ਚ ਅਸੀਂ ਉਹਨੂੰ ਪ੍ਰਕਾਸ਼ਿਤ ਕਰਕੇ ਮਾਣ ਮਹਿਸੂਸ ਕਰਦੇ ਸੀ, ਕਿਉਂਕਿ ਸਾਡਾ ਸ਼ੁਰੂ ਤੋਂ ਹੀ ਇੱਕ ਅਸੀਂ ਆਪਣੇ ਨੇਮ ਇਹੋ ਜਿਹੇ ਰੱਖੇ ਆ ਕਿ ਬਹੁਤ ਲੱਚਰਤਾ ਵਾਲੀਆਂ ਆਪਾਂ ਨਹੀਂ ਛਾਪਦੇ। ਅਤੇ ਇਹਨਾਂ ਦੀਆਂ ਜਿਹੜੀਆਂ ਅਹਿਸਾਸਾਂ ਦੇ ਸੁੱਚੇ ਮੋਤੀ ਵਿੱਚ ਵੀ ਮੈਂ ਬਹੁਤ ਕੁਛ ਪੜ੍ਹਿਆ ਆ, ਕੁਛ ਸਮਾਜ ਨਾਲ ਛੋਂਹਦੀਆਂ ਗੱਲਾਂ ਆ, ਕੁਛ ਪਰਿਵਾਰਕ ਰਿਸ਼ਤਿਆਂ ਦੀਆਂ ਆ, ਸੱਭਿਆਚਾਰ ਦੀਆਂ ਆ। ਅਤੇ ਜਦੋਂ ਇਹਨਾਂ ਦੀਆਂ ਰਚਨਾਵਾਂ ਸਾਨੂੰ ਪਸੰਦ ਆਈਆਂ ਅਤੇ ਅਸੀਂ ਉਸ ਚੀਜ਼ ਨੂੰ ਆਪ ਮਾਣ ਮਹਿਸੂਸ ਕੀਤਾ ਵੀ ਇਹ ਤਾਂ ਸਾਡੇ ਲਈ ਵੀ ਮਾਣ ਵਾਲੀ ਗੱਲ ਆ ਕਿ ਇੰਨੀਆਂ ਸਾਫ਼ ਸੁਥਰੀਆਂ ਵਧੀਆ ਰਚਨਾਵਾਂ ਜਿਹੜੀਆਂ ਆ ਉਹ ਸਾਡੀ ਅਖਬਾਰ 'ਚ ਪ੍ਰਕਾਸ਼ਿਤ ਹੋ ਰਹੀਆਂ। ਔਰ ਅਸਲ ਦੇ ਵਿੱਚ ਸੁੱਚੇ ਮੋਤੀ ਤਾਂ ਸਾਡੀ ਅਖਬਾਰ ਲਈ ਉਦੋਂ ਹੀ ਇਹ ਸਾਬਤ ਹੋ ਗਏ ਸੀ ਜਦੋਂ ਛਪਣੀਆਂ ਸ਼ੁਰੂ ਹੋ ਗਈਆਂ ਸੀ।
ਤੇ ਇਹਨਾਂ ਨੇ ਵਿੱਚ ਕੰਟੀਨਿਊਟੀ ਇਹਨਾਂ ਦੀ ਰਹੀ ਆ। ਕਿਤੇ ਹੋ ਸਕਦਾ ਹੈ ਆਪਣੇ ਰੁਝੇਵਿਆਂ ਕਰਕੇ ਵਿੱਚੋਂ ਥੋੜ੍ਹਾ ਚਿਰ ਲਈ ਨਾ ਦੇ ਸਕੇ ਹੁਣ ਆਪਣੀਆਂ ਕਵਿਤਾਵਾਂ, ਪਰ ਇਹਨਾਂ ਦੀਆਂ ਰਚਨਾਵਾਂ ਲਗਾਤਾਰ ਸਾਨੂੰ ਜਿਹੜੀਆਂ ਉਹ ਆਉਂਦੀਆਂ ਰਹੀਆਂ ਤੇ ਅਸੀਂ ਆਸ ਕਰਦੇ ਹਾਂ ਵੀ ਇਹ ਜਦੋਂ ਤੱਕ ਸੱਚੀ ਗੱਲ ਚੱਲਦੀ ਰਹੇਗੀ ਇਹਨਾਂ ਦੀਆਂ ਰਚਨਾਵਾਂ ਵੀ ਸੱਚੀ ਗੱਲ 'ਚ ਛਪਦੀਆਂ ਰਹਿਣਗੀਆਂ। ਮੈਂ ਧੰਨਵਾਦ ਕਰਦਾ ਸਰ ਤੁਹਾਡਾ, ਮੁਬਾਰਕਬਾਦ ਤੁਹਾਨੂੰ ਦਿੰਦਾ ਆ, ਕਿਉਂਕਿ ਸੱਚੀ ਗੱਲ ਅਖਬਾਰ ਹਮੇਸ਼ਾ ਹੀ ਸਾਹਿਤਕਾਰਾਂ ਨੂੰ ਅੱਗੇ ਲੈ ਕੇ ਆਉਂਦੀ ਆ ਅਤੇ ਹੁਣ ਵੀ ਕੰਟੀਨਿਊ ਜਦੋਂ ਨਿਊਜ਼ ਜਿਹੜੀਆਂ ਅਖਬਾਰ ਦੇ ਵਿੱਚ ਆਉਂਦੀਆਂ ਨਾਲੋਂ ਨਾਲ ਡੇਲੀ ਦੀਆਂ ਮੈਨੂੰ ਲੱਗਦਾ 4 ਤੋਂ 5 ਐਵਰੇਜ ਹੋਊਗੀ ਕਿ ਡੇਲੀ ਹਰ ਇੱਕ ਰਾਈਟਰ ਦੀ ਜਿਹੜੀ ਰਚਨਾ ਨੂੰ ਇਸ ਅਖਬਾਰ ਦੇ ਵਿੱਚ ਸਜਾਇਆ ਜਾਂਦਾ ਆ। ਅਤੇ ਉਹ ਰਾਈਟਰ ਵੀ ਜਿਹੜੇ ਜੁੜੇ ਆ, ਮੈਂ ਉਹਨਾਂ ਲਈ ਵੀ ਇਹੀ ਅਰਦਾਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਪ੍ਰਮਾਤਮਾ ਉਹਨਾਂ ਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਅਤੇ ਆਉਣ ਵਾਲੇ ਸਮੇਂ 'ਚ ਉਹ ਵੀ ਆਪਣੀਆਂ ਬੁੱਕਸ ਰਿਲੀਜ਼ ਕਰਨ ਅਤੇ ਡਾਵਰ ਸਾਹਿਬ ਜੀ ਹੁਣਾਂ ਦੇ ਕਰ ਕਮਲਾਂ ਦੇ ਨਾਲ ਜਿਹੜਾ ਆਪਣੀ ਅਗਲੀ ਲਾਈਫ ਆ, ਆਪਣਾ ਫਿਊਚਰ ਆ, ਆਪਣਾ ਭਵਿੱਖ ਆ, ਉਹ ਆਪਣਾ ਉਜਲ ਕਰਨ। ਕਿਉਂਕਿ ਜਿਹੜੀ ਅਖਬਾਰ ਆ ਅੱਜ ਦੇ ਦਿਨਾਂ ਦੇ ਵਿੱਚ ਜਿਹੜੀ ਅਖਬਾਰ, ਇਸ ਅਖਬਾਰ ਨੇ ਜਿਹੜਾ ਆਪਣਾ ਕੰਮ ਸ਼ੁਰੂ ਕੀਤਾ ਸੀ 10 ਸਾਲ ਹੋ ਚੁੱਕੇ ਆ। ਮੈਂ ਇਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਇਸ ਅਖਬਾਰ ਨੂੰ। ਅਤੇ ਮੈਂ ਦੱਸਣਾ ਚਾਹੁੰਦਾ ਕਿਤਾਬ ਬਾਰੇ ਕਿ 135 ਤਰ੍ਹਾਂ ਦੀਆਂ ਰਚਨਾਵਾਂ ਜਿਹੜੀਆਂ ਭਾਜੀ ਹੁਣਾਂ ਨੇ ਇਹਦੇ ਵਿੱਚ ਜਿਹੜੀਆਂ ਲਿਖੀਆਂ ਆ ਅਤੇ ਬਹੁਤ ਵਧੀਆ ਵਿਸ਼ੇ ਵੀ ਇਹਨਾਂ ਨੇ ਇਹਦੇ ਵਿੱਚ ਸਿਲੈਕਟ ਕੀਤੇ ਹੋਏ ਆ। ਅਤੇ ਮੈਂ ਇਹੀ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਤੁਸੀਂ ਇਸ ਕਿਤਾਬ ਨੂੰ ਜ਼ਰੂਰ ਪੜ੍ਹਨਾ। ਅਤੇ ਜੇ ਕਿਸੇ ਵੀਰ ਨੇ ਇਸ ਕਿਤਾਬ ਨੂੰ ਪੜ੍ਹਨ ਦਾ ਇੱਛੁਕ ਹੋਵੇ, ਚਾਹਵਾਨ ਹੋਵੇ, ਤੁਸੀਂ ਸੱਚੀ ਗੱਲ ਅਖਬਾਰ ਦੇ ਨਾਲ ਵੀ ਸੰਪਰਕ ਕਰ ਸਕਦੇ ਹਾਂ, ਦਾਸ ਨਾਲ ਵੀ ਕਰ ਸਕਦੇ ਹਾਂ ਅਤੇ ਰਾਜਕੁਮਾਰ ਭਾਜੀ ਹੁਣਾਂ ਨਾਲ ਵੀ ਕਰ ਸਕਦੇ ਹਾਂ। ਅਤੇ ਇੱਕ ਵੱਡੇ ਮਾਣ ਵਾਲੀ ਗੱਲ ਆ ਕਿ ਇਸ ਬੁੱਕ ਦੇ ਵਿੱਚ ਰਾਜਕੁਮਾਰ ਜੀ ਨੇ ਸੱਚੀ ਗੱਲ ਅਖਬਾਰ ਦੇ ਸੰਪਾਦਕ ਜੀ ਦਾ ਅਤੇ ਸੱਚੀ ਗੱਲ ਅਖਬਾਰ ਦਾ ਵੀ ਜ਼ਿਕਰ ਕੀਤਾ ਆ ਸਟਾਰਟਿੰਗ ਦੇ ਵਿੱਚ। ਇਹ ਇੱਕ ਉਹ ਮਾਣ ਹੁੰਦਾ ਆ ਜਦੋਂ ਕਿਸੇ ਵੀ ਰਾਈਟਰ ਨੂੰ ਸਟਾਰਟਿੰਗ ਦੇ ਵਿੱਚ ਇੱਕ ਲੈ ਬਣਾਉਂਦਾ, ਇੱਕ ਮੰਜ਼ਿਲ ਵੱਲ ਜਾਣ ਲਈ ਤੋਰਦਾ ਆ। ਅਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਵਾਰੀ ਫਿਰ ਤੋਂ ਰਾਜਕੁਮਾਰ ਜੀ ਦਾ, ਅਤੇ ਮੁਬਾਰਕਬਾਦ ਦਿੰਦਾ ਰਾਜਕੁਮਾਰ ਜੀ ਨੂੰ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ। ਪਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਅਤੇ ਕਿਤਾਬ ਨੂੰ ਹਰ ਇੱਕ ਸਰੋਤਾ ਜ਼ਰੂਰ ਪੜ੍ਹੇ। ਮੈਂ ਬੇਨਤੀ ਕਰਦਾ, ਬਹੁਤ ਵਧੀਆ ਰਚਨਾਵਾਂ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਅਤੇ ਮੈਂ ਸੱਚੀ ਗੱਲ ਅਖਬਾਰ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਕਿਤਾਬ ਦੇ ਚਾਹਵਾਨ ਜ਼ਰੂਰ ਸੰਪਰਕ ਕਰ ਸਕਦੇ ਆ। ਸਰ ਆਪਣਾ ਨੰਬਰ ਜ਼ਰੂਰ ਦੇਣਾ ਤਾਂ ਕਿ ਤੁਹਾਡੇ ਨਾਲ ਵੀ ਕੋਈ ਸਿੱਧਾ ਰਾਬਤਾ ਕਾਇਮ ਕਰ ਸਕਦਾ ਅਖਬਾਰ ਰਾਹੀਂ। ਤੇ ਮੇਰਾ ਨੰਬਰ ਤੇ ਗੁਰਪ੍ਰੀਤ ਜੀ ਵੈਸੇ ਆਮ ਲਿਖਦੇ ਵੀ ਰਹਿੰਦੇ ਆ, ਸਾਡੀਆਂ ਜਿਹੜੀਆਂ ਆਨਲਾਈਨ ਐਡੀਸ਼ਨ ਆ ਉਹਦੇ ਵਿੱਚ ਵੀ ਉੱਪਰ ਨੰਬਰ ਆਉਂਦਾ 98 150 730 9815073030। ਅਤੇ ਗੁਰਪ੍ਰੀਤ ਜੀ 1 ਮਿੰਟ ਦਾ ਸਮਾਂ ਮੈਂ ਵੱਧ ਲਵਾਂਗਾ। ਉਹ ਇਹ ਆ ਵੀ ਮੈਂ ਅੱਜ ਜਦੋਂ ਇਹਨਾਂ ਦੇ ਮੂੰਹ ਇਹਨਾਂ ਦੀ ਪਰਿਵਾਰ ਬਾਰੇ ਸੁਣਿਆ ਜਾਂ ਇਹਨਾਂ ਦੇ ਪਰਿਵਾਰ ਕੋਲੋਂ ਇਹਨਾਂ ਬਾਰੇ ਸੁਣਿਆ ਤਾਂ ਮੈਨੂੰ ਉਹਦੇ 'ਚ ਬੜਾ ਫਖਰ ਮਹਿਸੂਸ ਹੋਇਆ। ਆਮ ਤੌਰ 'ਤੇ ਕਹਿੰਦੇ ਬੋਰਡ ਥੱਲੇ ਬੋਰਡ ਨਹੀਂ ਹੁੰਦਾ ਅਤੇ ਅੰਬ ਥੱਲੇ ਅੰਬ ਨਹੀਂ ਹੁੰਦਾ, ਪਰ ਮੈਂ ਇਹਨਾਂ ਦੇ ਪਰਿਵਾਰ ਦੇ ਵਿੱਚ ਹੀ ਸਾਹਿਤ ਦੀ ਫੁਲਵਾੜੀ ਦੇਖੀ ਆ। ਅਤੇ ਇਹਨਾਂ ਦੇ ਬ੍ਰਦਰ ਜਿਹੜੇ ਨੇ ਛੋਟੇ ਅਸ਼ੋਕ ਜੀ, ਇਹਨਾਂ ਦੀਆਂ ਵੀ ਜਦੋਂ ਰਚਨਾਵਾਂ ਆਉਂਦੀਆਂ ਇਹਨਾਂ ਨੇ ਬੇਸ਼ੱਕ ਕਿਹਾ ਵੀ ਓਨੀਆਂ ਪਰਪੱਕ ਨਹੀਂ ਗਈਆਂ ਮੇਰੀਆਂ, ਠੀਕ ਆ। ਇਹ ਪੰਜਾਬੀ ਦੇ, ਜਿਵੇਂ ਰਾਜਕੁਮਾਰ ਜੀ ਖੁਦ ਪੰਜਾਬੀ ਦੇ ਅਧਿਆਪਕ ਨੇ, ਇਹ ਅੰਗਰੇਜ਼ੀ ਦੇ ਅਧਿਆਪਕ ਨੇ, ਪਰ ਮੈਂ ਇਹਨਾਂ ਦੀਆਂ ਕਵਿਤਾਵਾਂ ਵੀ ਪੜ੍ਹਦਾ, ਮੈਨੂੰ ਉਹ ਵੀ ਬਹੁਤ ਪਸੰਦ ਆਉਂਦੀਆਂ ਨੇ। ਅਤੇ ਇਹਨਾਂ ਦੀ ਪ੍ਰੇਰਨਾ ਆਪਣੇ ਵੱਡੇ ਬ੍ਰਦਰ ਰਾਜਕੁਮਾਰ ਨੂੰ ਜਿਹੜਾ ਮੰਨਦੇ ਆ, ਇਹ ਗੱਲ ਜਿੱਥੇ ਕਿ ਸਮਾਜ ਲਈ ਇੱਕ ਸਿੱਖਿਆਪ੍ਰਦ ਗੱਲ ਆ ਕਿ ਆਪਾਂ ਆਪਣੇ ਵੱਡੇ ਬਜ਼ੁਰਗਾਂ ਦੀਆਂ, ਭਰਾ ਦੀਆਂ ਜਾਂ ਹੋਰ ਵੱਡਿਆਂ ਦੀਆਂ ਜਦੋਂ ਪਦ ਚਿੰਨ੍ਹਾਂ 'ਤੇ ਚੱਲਦੇ ਜਾਂ ਉਹਨਾਂ ਨੂੰ ਵੀ ਪ੍ਰੇਰਨਾ ਸਰੋਤ ਮੰਨਦੇ ਆ। ਅਤੇ ਮੇਰੇ ਖਿਆਲ ਨਾਲ ਵੀ ਇਹ ਪਰਿਵਾਰ ਦੇ ਵਿੱਚ ਇੱਕ ਬਹੁਤ ਜ਼ਿਆਦਾ ਮਜ਼ਬੂਤੀ ਵਾਲਾ ਇੱਕ ਸਾਡੇ ਕੋਲ ਸਿਲਸਿਲਾ ਬਣ ਜਾਂਦਾ। ਔਰ ਇਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਅਨੀਤਾ ਜੀ, ਉਹਨਾਂ ਬਾਰੇ ਵੀ ਮੈਂ ਜਦੋਂ ਉਹਨਾਂ ਦੇ ਵਿਚਾਰ ਸੁਣੇ, ਉਹ ਪਤਾ ਨਹੀਂ ਲਿਖਦੇ ਜਾਂ ਨਹੀਂ, ਪਰ ਮੈਂ ਉਹਨਾਂ ਦੇ ਵਿਚਾਰ ਸੁਣ ਕੇ ਮੈਨੂੰ ਲੱਗਦਾ ਆ ਕਿ ਉਹ ਲਿਖਦੇ ਹੋਣਗੇ ਜਾਂ ਉਹ ਆਪਣੀ ਕਲਾ ਨੂੰ ਹਜੇ ਛੁਪਾ ਕੇ ਬੈਠੇ ਆ। ਅਤੇ ਉਹਨਾਂ ਦੇ ਕਿਉਂਕਿ ਬੋਲਣ ਦਾ ਅੰਦਾਜ਼ ਇਹ ਦੱਸਦਾ ਆ ਕਿ ਉਹ ਇਸ ਕੰਮ ਦੇ ਵਿੱਚ ਪੂਰੇ ਪਰਪੱਕ ਆ। ਅਤੇ ਬਿਲਕੁਲ ਰਾਜਕੁਮਾਰ ਜੀ ਦੀ ਆਪਾਂ ਪ੍ਰੇਰਨਾ ਦਾ ਸ਼ੁਰੂ 'ਚ ਜਿਹੜੀਆਂ, ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੀਆਂ ਲਿਖੀਆਂ ਆ ਉਹ ਉਹਨਾਂ ਤੋਂ ਜਾਂ ਪ੍ਰੇਰਿਤ ਹੋ ਕੇ ਜਾਂ ਉਹਨਾਂ ਨੂੰ ਦੇਖ ਕੇ ਕੁਝ ਲਿਖੀਆਂ ਆ ਕਵਿਤਾਵਾਂ, ਰਚਨਾਵਾਂ ਉਹਨਾਂ ਦੀਆਂ। ਅਤੇ ਉਹ ਵੀ ਇੱਕ ਬੜੀ, ਦੇਖੋ ਇਹ ਸਾਰਿਆਂ ਲਈ ਮੇਰੇ ਖਿਆਲ ਨਾਲ ਪ੍ਰੇਰਨਾ ਦੀ ਗੱਲ ਆ ਵੀ ਇੱਕ ਪਰਿਵਾਰ ਦੇ ਵਿੱਚ ਹੀ ਇਹ ਐਡਾ ਸੋਹਣਾ ਗੁਲਦਸਤਾ ਆ, ਵੱਖ-ਵੱਖ ਰੰਗ ਦੇ ਫੁੱਲ ਆ। ਅਤੇ ਮੈਂ ਆਸ ਕਰਦਾ ਵੀ ਇਸ ਗੁਲਦਸਤੇ ਦੀ ਤਰ੍ਹਾਂ ਸਾਰਿਆਂ ਦੇ ਪਰਿਵਾਰ ਇੱਦਾਂ ਹੀ ਖਿਲੇ ਰਹਿਣ। ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ। ਹਾਂਜੀ, ਬਹੁਤ ਵਧੀਆ ਸਰ ਨੇ ਗੱਲ ਕੀਤੀ ਆ ਪਰਿਵਾਰ ਬਾਰੇ। ਅਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਅਸ਼ੋਕ ਜੀ ਦੀ, ਅਨੀਤਾ ਜੀਆਂ ਦੀਆਂ ਵੀ ਰਚਨਾਵਾਂ ਜ਼ਰੂਰ ਦੇਖਾਂਗੇ ਅਤੇ ਇਹੀ ਅਸੀਂ ਆਸ ਮੁਰਾਦ ਕਰਦੇ ਹਾਂ। ਅਤੇ ਰਾਜਕੁਮਾਰ ਭਾਜੀ ਦਾ ਮੈਂ ਨੰਬਰ ਬੋਲਣ ਜਾ ਰਿਹਾ ਹਾਂ, ਤੁਸੀਂ ਰਾਜਕੁਮਾਰ ਭਾਜੀ ਨਾਲ ਵੀ ਲਿੰਕ ਕਰ ਸਕਦੇ ਹਾਂ 94 781 34 527।
9478 34527। ਇਹ ਰਾਜਕੁਮਾਰ ਜੀ ਦਾ ਰਾਈਟਰ ਭਾਜੀ ਜਿਨ੍ਹਾਂ ਦੀ ਇਹ ਕਿਤਾਬ ਆ, ਉਹਨਾਂ ਦਾ ਨੰਬਰ ਆ। ਤੁਸੀਂ ਇਹਨਾਂ ਨਾਲ ਡਾਇਰੈਕਟ ਰਾਬਤਾ ਕਾਇਮ ਕਰ ਸਕਦੇ ਇਸ ਕਿਤਾਬ ਨੂੰ ਪ੍ਰਾਪਤ ਕਰਨ ਦੇ ਲਈ। ਕਿਤਾਬ ਦੇ ਵਿੱਚ ਬਹੁਤ ਸੋਹਣੀਆਂ ਰਚਨਾਵਾਂ ਜਿਹੜੀਆਂ ਭਾਜੀ ਹੁਣੀ ਲਿਖੀਆਂ ਆ। ਮੈਂ ਇੱਕ ਵਾਰ ਫਿਰ ਤੋਂ ਪਰਿਵਾਰਕ ਮੈਂਬਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਕਿਤਾਬ ਜਿਹੜੀ ਆ ਅਤੇ ਭਾਜੀ ਦੀ ਕਲਮ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।